Students help. Let's learn something new. ਜੈ ਹਿੰਦ ਵਿਦਿਆਰਥੀਓ, ਆਪ ਜੀ ਦਾ ਮੇਰੇ YouTube ਚੈਨਲ ਸਟੂਡੈਂਟਸ ਹੈਲਪ ਦੇ ਵਿੱਚ ਨਿੱਘਾ ਸਵਾਗਤ ਹੈ। ਮੈਂ ਹਾਂ ਮਨੀਸ਼ ਸ਼ਰਮਾ ਤੇ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਤਹਿਤ ਚੱਲ ਰਹੇ ਵਿਸ਼ਾ ਕੰਪਿਊਟਰ ਸਾਇੰਸ ਜਮਾਤ 10ਵੀਂ ਦਾ ਪਾਠ ਨੰਬਰ 1 ਆਫਿਸ ਟੂਲ। ਵਿਦਿਆਰਥੀਓ, ਮੇਰੇ ਇਸ YouTube ਚੈਨਲ ਨੂੰ ਸ਼ੁਰੂ ਕਰਨ ਦਾ ਮਕਸਦ ਇਹ ਹੈ ਕਿ ਮੈਂ ਤੁਹਾਡੇ ਲਈ ਤੁਹਾਡੇ ਵਿਸ਼ਾ ਵਸਤੂ ਦੇ ਨਾਲ ਸੰਬੰਧਿਤ ਜਾਣਕਾਰੀ ਤੁਹਾਨੂੰ ਵੀਡੀਓ ਦੇ ਜ਼ਰੀਏ ਦਿਖਾ ਸਕਾਂ ਅਤੇ ਇਹਦੇ ਨਾਲ ਦੀ ਨਾਲ ਪ੍ਰੈਕਟੀਕਲ ਵਰਕ ਕਰਾ ਸਕਾਂ। ਵਿਦਿਆਰਥੀਓ, ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਵੇ ਪਲੀਜ਼ ਲਾਈਕ ਤੇ ਸਬਸਕ੍ਰਾਈਬ ਕਰਨ ਦੇ ਨਾਲ ਮੇਰੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਨਾਲ ਦੀ ਨਾਲ ਬੈਲ ਆਈਕਨ ਤੇ ਜ਼ਰੂਰ ਕਲਿੱਕ ਕਰਨਾ ਤਾਂ ਜੋ ਜਦੋਂ ਵੀ ਮੈਂ ਆਪਣੀ ਕੋਈ ਨਵੀਂ ਵੀਡੀਓ ਅਪਲੋਡ ਕਰਾਂ ਤੇ ਤੁਹਾਨੂੰ ਇਸ ਦਾ ਨੋਟੀਫਿਕੇਸ਼ਨ ਮਿਲ ਸਕੇ। ਆਓ ਹੁਣ ਸ਼ੁਰੂ ਕਰਦੇ ਹਾਂ ਪਾਠ ਨੰਬਰ 1 ਆਫਿਸ ਟੂਲ। ਪਿਆਰੇ ਵਿਦਿਆਰਥੀਓ, ਮੇਰੀ ਅੱਜ ਦੀ ਇਹ ਵੀਡੀਓ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਹੈ, ਜਿਸ ਨੂੰ ਵੇਖ ਕੇ ਯਕੀਨਨ ਤੁਹਾਡੇ ਪ੍ਰਿੰਟ ਦੇ ਨਾਲ ਸੰਬੰਧਿਤ ਸਾਰੇ ਡਾਊਟ ਕਲੀਅਰ ਹੋ ਜਾਣਗੇ ਤੇ ਤੁਸੀਂ ਬੜੀ ਹੀ ਆਸਾਨੀ ਦੇ ਨਾਲ ਕੰਪਿਊਟਰ ਦੀ ਵਰਤੋਂ ਕਰ ਆਪਣੇ ਸਕੂਲ ਦੀ ਕੰਪਿਊਟਰ ਲੈਬ ਜਾਂ ਆਪਣੇ ਘਰ ਦੇ ਕੰਪਿਊਟਰ ਦੀ ਮਦਦ ਦੇ ਨਾਲ ਇੱਕ ਬਹੁਤ ਹੀ ਵਧੀਆ ਪੇਜ ਪ੍ਰਿੰਟ ਲੈ ਸਕੋਗੇ। ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ, ਜਿਸ ਨੂੰ ਵੇਖਣ ਦੇ ਨਾਲ ਆਫਿਸ ਟੂਲ ਦੇ ਵਿੱਚ ਸੰਬੰਧਿਤ ਪ੍ਰੈਕਟੀਕਲ ਵਰਕ ਵੀ ਹੋ ਜਾਵੇਗਾ ਤੇ ਨਾਲ ਦੀ ਨਾਲ ਤੁਸੀਂ ਪਾਠ ਵਿੱਚ ਦਰਜ ਪ੍ਰਸ਼ਨਾਂ ਦੇ ਉੱਤਰ ਬੜੀ ਆਸਾਨੀ ਨਾਲ ਦੇ ਸਕੋਗੇ। ਅਸੀਂ ਭਾਗ 2 ਦੇ ਵਿੱਚ ਚਰਚਾ ਕਰਾਂਗੇ ਪੇਜ ਲੇਆਊਟ, ਪੇਜ ਮਾਰਜਨ, ਪੇਜ ਓਰੀਐਂਟੇਸ਼ਨ, ਪੇਜ ਬ੍ਰੇਕ, ਸਪੈਲਿੰਗ ਅਤੇ ਗ੍ਰਾਮਰ ਚੈੱਕ ਕਰਨਾ, ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਅਤੇ ਅੰਤ ਵਿੱਚ ਪੇਜ ਦਾ ਆਕਾਰ ਬਦਲਣਾ। ਆਓ ਸ਼ੁਰੂ ਕਰਦੇ ਹਾਂ ਭਾਗ 2 ਆਫਿਸ ਟੂਲ। ਵਿਦਿਆਰਥੀਓ, ਹੁਣ ਅਸੀਂ ਜਾਣਦੇ ਹਾਂ ਪੇਜ ਲੇਆਊਟ ਬਾਰੇ। ਵਰਡ ਕਈ ਤਰ੍ਹਾਂ ਦੇ ਪੇਜ ਲੇਆਊਟ ਅਤੇ ਫਾਰਮੈਟਿੰਗ ਵਿਕਲਪ ਪੇਸ਼ ਕਰਦਾ ਹੈ ਜੋ ਪ੍ਰਭਾਵ ਪਾਉਂਦੇ ਹਨ ਕਿ ਪੇਜ ਤੇ ਸਮੱਗਰੀ ਕਿਵੇਂ ਦਿਖਾਈ ਦਿੰਦੀ ਹੈ। ਤੁਸੀਂ ਪੇਜ ਦੀ ਓਰੀਐਂਟੇਸ਼ਨ, ਕਾਗਜ਼ ਦਾ ਆਕਾਰ ਅਤੇ ਪੇਜ ਦੇ ਮਾਰਜਨ ਨੂੰ ਇਸ ਤੇ ਨਿਰਭਰ ਕਰਦਿਆਂ ਆਪਣੇ ਦਸਤਾਵੇਜ਼ ਨੂੰ ਕਿਵੇਂ ਪ੍ਰਦਰਸ਼ਿਤ ਕਰਨਾ ਚਾਹੁੰਦੇ ਹੋ, ਉਸ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਪੇਜ ਦੀ ਸਥਿਤੀ ਨੂੰ ਬਦਲ ਸਕਦੇ ਹੋ। ਵਿਦਿਆਰਥੀਓ, ਇੱਥੇ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਪੇਜ ਮਾਰਜਨ ਬਾਰੇ। ਪੇਜ ਦੇ ਚਾਰੋਂ ਪਾਸੇ ਟੌਪ ਸਭ ਨਾਲ ਉੱਪਰ, ਬਾਟਮ ਸਭ ਤੋਂ ਹੇਠਾਂ, ਲੈਫਟ ਖੱਬੇ ਤੇ ਰਾਈਟ ਸੱਜੇ ਛੱਡੇ ਗਏ ਖਾਲੀ ਹਿੱਸਿਆਂ ਜਾਂ ਕਿਨਾਰਿਆਂ ਨੂੰ ਮਾਰਜਨ ਕਿਹਾ ਜਾਂਦਾ ਹੈ। ਇਹਨਾਂ ਭਾਗਾਂ ਨੂੰ ਛੱਡ ਕੇ ਜੋ ਥਾਂ ਬਚਦੀ ਹੈ ਉਸ ਜਗ੍ਹਾ ਤੇ ਪ੍ਰਿੰਟ ਹੋਣ ਵਾਲਾ ਟੈਕਸਟ ਨਜ਼ਰ ਆਉਂਦਾ ਹੈ। ਅਸੀਂ ਆਪਣੀ ਜ਼ਰੂਰਤ ਅਨੁਸਾਰ ਪੇਜ ਦਾ ਮਾਰਜਨ ਵਧਾ ਜਾਂ ਘਟਾ ਸਕਦੇ ਹਾਂ। ਵਿਦਿਆਰਥੀਓ, ਆਓ ਹੁਣ ਅਸੀਂ ਸਿੱਖਦੇ ਹਾਂ ਕਿ ਪੇਜ ਮਾਰਜਨ ਨੂੰ ਕਿਵੇਂ ਸੈੱਟ ਕਰਨਾ ਹੈ। ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਪੇਜ ਮਾਰਜਨ ਬਾਰੇ। ਪੇਜ ਮਾਰਜਨ ਕੀ ਹੈ, ਇਸ ਬਾਰੇ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ। ਇੱਥੇ ਅਸੀਂ ਗੱਲ ਕਰਾਂਗੇ ਕਿ ਪੇਜ ਮਾਰਜਨ ਨੂੰ ਕਿਸੇ ਪੇਜ ਤੇ ਕਿਵੇਂ ਸੈੱਟ ਕਰਨਾ ਹੈ। ਪੇਜ ਮਾਰਜਨ ਨੂੰ ਸੈੱਟ ਕਰਨ ਦੇ ਲਈ ਸਭ ਤੋਂ ਪਹਿਲਾਂ ਲੇਆਊਟ ਟੈਬ ਤੇ ਕਲਿੱਕ ਕਰੋ। ਇਸ ਵਿੱਚ ਸਾਨੂੰ ਅਲੱਗ-ਅਲੱਗ ਗਰੁੱਪ ਦਿਖਾਈ ਦੇ ਰਹੇ ਹਨ, ਜਿਵੇਂ ਕਿ ਇਹ ਹੈ ਪੇਜ ਸੈਟਅਪ ਗਰੁੱਪ, ਇਹ ਹੈ ਪੈਰਾਗ੍ਰਾਫ ਗਰੁੱਪ, ਇਹ ਹੈ ਅਰੇਂਜ ਗਰੁੱਪ। ਪੇਜ ਸੈਟਅਪ ਗਰੁੱਪ ਦੇ ਵਿੱਚ ਅਸੀਂ ਕਲਿੱਕ ਕਰਨਾ ਹੈ ਮਾਰਜਨਸ ਤੇ। ਜਿਵੇਂ ਹੀ ਅਸੀਂ ਮਾਰਜਨ ਤੇ ਕਲਿੱਕ ਕਰਦੇ ਹਾਂ, ਅਸੀਂ ਦੇਖ ਰਹੇ ਹਾਂ ਕਿ ਮਾਈਕਰੋਸਾਫਟ ਵਰਡ ਦੁਆਰਾ ਪਹਿਲਾਂ ਤੋਂ ਹੀ ਨਿਰਧਾਰਤ ਵੱਖ-ਵੱਖ ਪ੍ਰਕਾਰ ਦੇ ਪੇਜ ਮਾਰਜਨ ਸਾਨੂੰ ਦਿੱਤੇ ਹਨ, ਜਿਸ ਵਿੱਚ ਨੈਰੋ, ਮੋਡਰੇਟ, ਵਾਈਡ, ਮਿਰਰ, ਇਹ ਸਾਰੇ ਸਾਨੂੰ ਪ੍ਰੀ ਡਿਫਾਈਨਡ ਜਾਂ ਅਸੀਂ ਕਹੀਏ ਵੀ ਪਹਿਲਾਂ ਤੋਂ ਸੈੱਟ ਕੀਤੇ ਹੋਏ ਮਾਰਜਨ ਮਾਈਕਰੋਸਾਫਟ ਵਰਡ ਦੁਆਰਾ ਦਿੱਤੇ ਗਏ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਚੁਣ ਲਈਏ, ਇਹਨਾਂ ਵਿੱਚੋਂ ਕਿਸੇ ਇੱਕ ਨੂੰ ਸੈੱਟ ਕਰ ਦਈਏ, ਤੇ ਅਸੀਂ ਸਿੰਪਲੀ ਅਸੀਂ ਉਸ ਮਾਰਜਨ ਤੇ ਕਲਿੱਕ ਕਰ ਦੇਵਾਂਗੇ। ਲੇਕਿਨ ਜੇਕਰ ਅਸੀਂ ਚਾਹੁੰਦੇ ਹਾਂ ਕਿ ਇਹ ਮਾਰਜਨ ਸਾਡੇ ਦੁਆਰਾ ਸੈੱਟ ਕੀਤਾ ਜਾਵੇ ਤਾਂ ਅਸੀਂ ਕਸਟਮ ਮਾਰਜਨ ਤੇ ਕਲਿੱਕ ਕਰਾਂਗੇ।
ਕਸਟਮ ਮਾਰਜਨ ਤੇ ਜਿਵੇਂ ਹੀ ਅਸੀਂ ਕਲਿੱਕ ਕਰਾਂਗੇ ਤਾਂ ਸਾਡੇ ਕੋਲ ਇੱਕ ਪੇਜ ਸੈਟਅਪ ਡਾਇਲੌਗ ਬਾਕਸ ਨਜ਼ਰ ਆਵੇਗਾ। ਇਸ ਵਿੱਚ ਅਸੀਂ ਦੇਖਦੇ ਹਾਂ 3 ਟੈਬ ਹਨ, ਮਾਰਜਨ ਟੈਬ, ਪੇਪਰ ਟੈਬ ਤੇ ਲੇਆਊਟ ਟੈਬ। ਮਾਰਜਨਸ ਟੈਬ ਦੇ ਵਿੱਚ ਅਸੀਂ ਹੁਣ ਮਾਰਜਨ ਸੈੱਟ ਕਰਾਂਗੇ ਟੌਪ, ਜਿਵੇਂ ਕਿ ਅਸੀਂ ਟੌਪ ਮਾਰਜਨ ਸੈੱਟ ਕਰਤਾ 3 ਸੈਂਟੀਮੀਟਰ, ਬਾਟਮ ਮਾਰਜਨ ਸੈੱਟ ਕਰ ਦਿੱਤਾ 3 ਸੈਂਟੀਮੀਟਰ। ਹੁਣ ਅਸੀਂ ਲੈਫਟ ਮਾਰਜਨ ਸੈੱਟ ਕਰਨ ਜਾ ਰਹੇ ਹਾਂ। ਅਸੀਂ ਸੈੱਟ ਕਰ ਦਿੱਤਾ 3.5। ਇਸੇ ਤਰੀਕੇ ਰਾਈਟ ਮਾਰਜਨ ਸੈੱਟ ਕਰ ਦਿੱਤਾ 3.5। ਇਹ ਸਭ ਕੁਝ ਕਰਨ ਤੋਂ ਬਾਅਦ ਅਸੀਂ ਹੁਣ ਕਲਿੱਕ ਕਰਨਾ ਹੈ ਓਕੇ ਬਟਨ ਤੇ। ਜਿਵੇਂ ਹੀ ਅਸੀਂ ਓਕੇ ਬਟਨ ਤੇ ਕਲਿੱਕ ਕਰਾਂਗੇ ਸਾਡਾ ਮਾਰਜਨ ਸਾਡੇ ਅਨੁਸਾਰ ਸੈੱਟ ਹੋ ਜਾਵੇਗਾ। ਅਸੀਂ ਜਿਵੇਂ ਹੀ ਟੌਪ, ਬਾਟਮ, ਲੈਫਟ, ਰਾਈਟ ਮਾਰਜਨ ਦੀ ਰੇਂਜ ਨੂੰ ਵਧਾਉਂਦੇ ਹਾਂ ਜਾਂ ਘਟਾਉਂਦੇ ਹਾਂ ਤੇ ਇੱਥੇ ਪ੍ਰੀਵਿਊ ਦੇ ਵਿੱਚ ਉਹ ਚੀਜ਼ ਦਿਖਾਈ ਦਿੰਦੀ ਹੈ। ਮੈਂ ਹੁਣ ਤੁਹਾਨੂੰ ਟੌਪ ਮਾਰਜਨ ਵਧਾ ਕੇ ਦਿਖਾਣਾ ਹਾਂ ਤੇ ਤੁਸੀਂ ਇੱਥੇ ਪ੍ਰੀਵਿਊ ਦੇ ਵਿੱਚ ਦੇਖਣਾ ਕਿ ਕਿਸ ਤਰੀਕੇ ਇਸ ਵਿੱਚ ਬਦਲਾਅ ਹੋ ਰਿਹਾ ਹੈ। ਇਹ ਸਭ ਕੁਝ ਕਰਨ ਤੋਂ ਬਾਅਦ ਹੁਣ ਅਸੀਂ ਓਕੇ ਬਟਨ ਤੇ ਕਲਿੱਕ ਕਰਾਂਗੇ ਤੇ ਇਸ ਦੇ ਨਾਲ ਪੇਜ ਦਾ ਮਾਰਜਨ ਸਾਡੇ ਅਨੁਸਾਰ ਸੈੱਟ ਹੋ ਜਾਵੇਗਾ। ਵਿਦਿਆਰਥੀਓ, ਅਸੀਂ ਗੱਲ ਕਰਨ ਜਾ ਰਹੇ ਹਾਂ ਪੇਜ ਓਰੀਐਂਟੇਸ਼ਨ ਬਾਰੇ। ਵਰਡ ਕਈ ਤਰ੍ਹਾਂ ਦੇ ਪੇਜ ਲੇਆਊਟ ਅਤੇ ਫਾਰਮੈਟਿੰਗ ਵਿਕਲਪ ਪੇਸ਼ ਕਰਦਾ ਹੈ ਜੋ ਪ੍ਰਭਾਵ ਪਾਉਂਦੇ ਹਨ ਕਿ ਪੇਜ ਤੇ ਸਮੱਗਰੀ ਕਿਵੇਂ ਦਿਖਾਈ ਦਿੰਦੀ ਹੈ। ਤੁਸੀਂ ਪੇਜ ਦੀ ਸਥਿਤੀ, ਕਾਗਜ਼ ਦਾ ਆਕਾਰ ਅਤੇ ਪੇਜ ਦੇ ਮਾਰਜਨ ਨੂੰ ਇਸ ਤੇ ਨਿਰਭਰ ਕਰਦੇ ਆਪਣੇ ਦਸਤਾਵੇਜ਼ ਨੂੰ ਕਿਵੇਂ ਪ੍ਰਦਰਸ਼ਿਤ ਕਰਨਾ ਚਾਹੁੰਦੇ ਹੋ, ਉਸ ਨੂੰ ਧਿਆਨ ਵਿੱਚ ਰੱਖਦੇ ਆਪਣੇ ਪੇਜ ਦੀ ਸਥਿਤੀ ਨੂੰ ਬਦਲ ਸਕਦੇ ਹੋ। ਆਓ ਸਿੱਖਦੇ ਹਾਂ ਕਿ ਪੇਜ ਦੀ ਓਰੀਐਂਟੇਸ਼ਨ ਨੂੰ ਕਿਵੇਂ ਚੇਂਜ ਕਰਨਾ ਹੈ। ਪੇਜ ਓਰੀਐਂਟੇਸ਼ਨ। ਪੇਜ ਓਰੀਐਂਟੇਸ਼ਨ ਦੇ ਵਿੱਚ ਅਸੀਂ ਆਪਣੇ ਪੇਜ ਤੇ ਪ੍ਰਿੰਟ ਹੋਣ ਵਾਲੇ ਡੇਟਾ ਨੂੰ ਪੋਰਟਰੇਟ, ਵਰਟੀਕਲੀ, ਲੈਂਡਸਕੇਪ, ਹੌਰੀਜ਼ੌਂਟਲੀ ਕਿਸ ਤਰੀਕੇ ਪ੍ਰਿੰਟ ਕਰਨਾ ਹੈ। ਸਾਡਾ ਪ੍ਰਿੰਟ ਹੋਣ ਵਾਲਾ ਡੇਟਾ ਲੈਂਡਸਕੇਪ ਹੋਵੇਗਾ ਜਾਂ ਪੋਰਟਰੇਟ ਹੋਵੇਗਾ, ਇਸ ਨੂੰ ਨਿਰਧਾਰਤ ਕਰਨਾ ਹੈ। ਪੇਜ ਓਰੀਐਂਟੇਸ਼ਨ ਦੇ ਵਿੱਚ ਇਹ ਗੱਲ ਸਪਸ਼ਟ ਕਰਨੀ ਬਣਦੀ ਹੈ ਕਿ ਪੋਰਟਰੇਟ ਪ੍ਰਿੰਟ ਹੋਣ ਵਾਲਾ ਡੇਟਾ ਵਰਟੀਕਲੀ ਤੇ ਲੈਂਡਸਕੇਪ ਪ੍ਰਿੰਟ ਹੋਣ ਵਾਲਾ ਡੇਟਾ ਹੌਰੀਜ਼ੌਂਟਲੀ ਸਾਡੇ ਕਾਗਜ਼ ਤੇ ਪ੍ਰਿੰਟ ਹੋ ਕੇ ਦਿਖਾਈ ਦੇਵੇਗਾ। ਪਰ ਇਹ ਸਭ ਕਰਨ ਤੋਂ ਪਹਿਲਾਂ, ਪੇਜ ਦੀ ਓਰੀਐਂਟੇਸ਼ਨ ਸੈੱਟ ਕਰਨ ਤੋਂ ਪਹਿਲਾਂ ਅਸੀਂ ਇਹ ਜਾਂਚ ਲਈਏ ਕਿ ਸਾਡੀ ਪੇਜ ਦੀ ਮੌਜੂਦਾ ਓਰੀਐਂਟੇਸ਼ਨ ਕੀ ਹੈ। ਇਹ ਕੰਮ ਕਰਨ ਲਈ ਸਭ ਤੋਂ ਪਹਿਲਾਂ ਪ੍ਰਿੰਟ ਪ੍ਰੀਵਿਊ ਅਤੇ ਪ੍ਰਿੰਟ ਬਟਨ ਤੇ ਕਲਿੱਕ ਕਰੋ। ਅਸੀਂ ਦੇਖ ਰਹੇ ਹਾਂ ਕਿ ਸਾਡਾ ਪੇਜ ਇਸ ਸਮੇਂ ਵਰਟੀਕਲੀ ਭਾਵ ਪੋਰਟਰੇਟ ਪੋਜੀਸ਼ਨ ਦੇ ਵਿੱਚ ਹੈ। ਇਸ ਨੂੰ ਲੈਂਡਸਕੇਪ ਕਰਨ ਲਈ ਲੇਆਊਟ ਟੈਬ ਤੇ ਕਲਿੱਕ ਕਰੋ। ਪੇਜ ਸੈਟਅਪ ਗਰੁੱਪ ਦੇ ਵਿੱਚ ਓਰੀਐਂਟੇਸ਼ਨ ਤੇ ਕਲਿੱਕ ਕਰੋ। ਸਾਡਾ ਪੇਜ ਪੋਰਟਰੇਟ ਹੈ, ਅਸੀਂ ਪਹਿਲਾਂ ਗੱਲ ਕੀਤੀ ਹੈ। ਇਹਨੂੰ ਲੈਂਡਸਕੇਪ ਕਰਨ ਲਈ ਲੈਂਡਸਕੇਪ ਬਟਨ ਤੇ ਕਲਿੱਕ ਕਰੋ। ਹੁਣ ਸਾਡਾ ਪੇਜ ਲੈਂਡਸਕੇਪ ਹੋ ਜਾਵੇਗਾ। ਇਹ ਦੇਖਣ ਲਈ ਪ੍ਰਿੰਟ ਪ੍ਰੀਵਿਊ ਐਂਡ ਪ੍ਰਿੰਟ ਬਟਨ ਤੇ ਕਲਿੱਕ ਕਰੋ। ਅਸੀਂ ਦੇਖ ਰਹੇ ਹਾਂ ਕਿ ਸਾਡਾ ਪੇਜ ਇਸ ਸਮੇਂ ਲੈਂਡਸਕੇਪ ਸਥਿਤੀ ਦੇ ਵਿੱਚ ਹੈ। ਦੁਬਾਰਾ ਇਸ ਨੂੰ ਵਰਟੀਕਲ ਪੋਜੀਸ਼ਨ ਦੇ ਵਿੱਚ ਕਰਨ ਲਈ ਅਸੀਂ ਬੈਕ ਬਟਨ ਤੇ ਜਾਵਾਂਗੇ। ਫਿਰ ਦੁਬਾਰਾ ਲੇਆਊਟ ਟੈਬ, ਪੇਜ ਸੈਟਅਪ ਗਰੁੱਪ, ਓਰੀਐਂਟੇਸ਼ਨ,
ਹੁਣ ਅਸੀਂ ਲੈਂਡਸਕੇਪ ਤੋਂ ਇਹਨੂੰ ਪੋਰਟਰੇਟ ਕਰਤਾ। ਇਹ ਦੇਖਣ ਵਾਸਤੇ ਅਸੀਂ ਫਿਰ ਪ੍ਰਿੰਟ ਪ੍ਰੀਵਿਊ ਐਂਡ ਪ੍ਰਿੰਟ ਬਟਨ ਤੇ ਕਲਿੱਕ ਕਰਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਸਾਡਾ ਪੇਜ ਦੁਬਾਰਾ ਪੋਰਟਰੇਟ ਹੋ ਗਿਆ ਹੈ। ਆਓ ਵਿਦਿਆਰਥੀਓ, ਹੁਣ ਅਸੀਂ ਗੱਲ ਕਰਦੇ ਹਾਂ ਪੇਜ ਬ੍ਰੇਕ ਬਾਰੇ। ਜਦੋਂ ਅਸੀਂ ਇੱਕ ਪੇਜ ਦੇ ਆਖਿਰ ਤੇ ਪਹੁੰਚਦੇ ਹਾਂ ਤਾਂ ਵਰਡ ਆਪਣੇ ਆਪ ਇੱਕ ਪੇਜ ਬ੍ਰੇਕ ਦਾਖਲ ਕਰ ਦਿੰਦਾ ਹੈ। ਜੇ ਅਸੀਂ ਕਿਸੇ ਹੋਰ ਜਗ੍ਹਾ ਉੱਤੇ ਪੇਜ ਬ੍ਰੇਕ ਦਾਖਲ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਇੱਕ ਮੈਨੂਅਲ ਪੇਜ ਬ੍ਰੇਕ ਪਾ ਸਕਦੇ ਹਾਂ। ਆਓ ਅਸੀਂ ਸਿੱਖਦੇ ਹਾਂ ਕਿ ਪੇਜ ਬ੍ਰੇਕ ਕਿਵੇਂ ਦਾਖਲ ਕਰਨੀ ਹੈ। ਇੱਥੇ ਅਸੀਂ ਗੱਲ ਕਰਾਂਗੇ ਪੇਜ ਬ੍ਰੇਕ ਬਾਰੇ। ਪੇਜ ਬ੍ਰੇਕ ਕੀ ਹੈ, ਇਸ ਬਾਰੇ ਅਸੀਂ ਪਹਿਲਾਂ ਚਰਚਾ ਕਰ ਚੁੱਕੇ ਹਾਂ। ਆਓ ਹੁਣ ਅਸੀਂ ਸਿੱਖਦੇ ਹਾਂ ਕਿ ਪੇਜ ਬ੍ਰੇਕ ਕਿਵੇਂ ਦਾਖਲ ਕਰਨੀ ਹੈ। ਇਸ ਗੱਲ ਦਾ ਖਿਆਲ ਰਹੇ ਕਿ ਪੇਜ ਬ੍ਰੇਕ ਦਾਖਲ ਕਰਨ ਤੋਂ ਪਹਿਲਾਂ ਸਾਨੂੰ ਇਹ ਨਿਰਧਾਰਤ ਕਰਨਾ ਪਵੇਗਾ, ਇਹ ਡਿਸੀਜਨ ਲੈਣਾ ਪਵੇਗਾ ਕਿ ਅਸੀਂ ਪੇਜ ਬ੍ਰੇਕ ਕਿਸ ਜਗ੍ਹਾ ਤੇ ਚਾਹੁੰਦੇ ਹਾਂ। ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਚਾਹੀਦਾ ਤੇ ਕਿਉਂਕਿ, ਕੌਮੇ ਤੋਂ ਬਾਅਦ ਕਿਉਂਕਿ ਵਰਡ ਅਗਲੇ ਪੇਜ ਤੇ ਚਲਾ ਜਾਵੇ, ਭਾਵ ਚਾਹੀਦਾ ਤੋਂ ਬਾਅਦ ਪੇਜ ਬ੍ਰੇਕ ਦਾਖਲ ਹੋ ਜਾਵੇ। ਇਸ ਲਈ ਸਾਨੂੰ ਆਪਣੇ ਕਰਸਰ ਨੂੰ ਕੌਮੇ ਤੋਂ ਬਾਅਦ ਤੇ ਕਿਉਂਕਿ ਤੋਂ ਪਹਿਲਾਂ ਲੈ ਕੇ ਆਉਣਾ ਪਵੇਗਾ। ਅਗਲਾ ਕੰਮ ਹੈ ਸਾਡਾ ਲੇਆਊਟ ਟੈਬ ਤੇ ਜਾਣਾ। ਅਸੀਂ ਲੇਆਊਟ ਟੈਬ ਤੇ ਕਲਿੱਕ ਕਰਾਂਗੇ। ਅਲੱਗ-ਅਲੱਗ ਗਰੁੱਪ, ਪੇਜ ਸੈਟਅਪ ਗਰੁੱਪ, ਪੈਰਾਗ੍ਰਾਫ ਗਰੁੱਪ, ਅਰੇਂਜ ਗਰੁੱਪ। ਪੇਜ ਸੈਟਅਪ ਗਰੁੱਪ ਦੇ ਵਿੱਚ ਬ੍ਰੇਕਸ। ਜਿਵੇਂ ਹੀ ਅਸੀਂ ਪੇਜ ਬ੍ਰੇਕਸ ਤੇ ਕਲਿੱਕ ਕਰਾਂਗੇ, ਅਸੀਂ ਵੇਖਾਂਗੇ ਕਿ ਇਹਦੇ ਵਿੱਚ ਸਾਨੂੰ ਪੇਜ ਬ੍ਰੇਕਸ ਦੇ ਨਾਲ ਸੈਕਸ਼ਨ ਬ੍ਰੇਕਸ ਵੀ ਦਿਖਾਈ ਦੇ ਰਹੀ ਹੈ। ਅਸੀਂ ਪੇਜ ਬ੍ਰੇਕ ਦਾਖਲ ਕਰਨਾ ਚਾਹੁੰਦੇ ਹਾਂ, ਇਸ ਲਈ ਅਸੀਂ ਪੇਜ ਤੇ ਕਲਿੱਕ ਕਰਾਂਗੇ। ਜਿਵੇਂ ਹੀ ਅਸੀਂ ਪੇਜ ਤੇ ਕਲਿੱਕ ਕਰਾਂਗੇ, ਅਸੀਂ ਦੇਖਾਂਗੇ ਚਾਹੀਦਾ ਕੌਮਾ, ਉਸ ਤੋਂ ਬਾਅਦ ਪੇਜ 'ਚ ਇੱਕ ਬ੍ਰੇਕ ਦਾਖਲ ਹੋ ਜਾਵੇਗੀ ਜੋ ਕਿਉਂਕਿ ਨੂੰ ਤੇ ਉਸ ਤੋਂ ਅਗਲਾ ਜੋ ਵੀ ਟੈਕਸਟ ਲਿਖਿਆ ਹੈ ਉਸ ਨੂੰ ਅਗਲੇ ਪੇਜ ਤੇ ਲੈ ਜਾਵੇਗੀ। ਇਸ ਤਰੀਕੇ ਅਸੀਂ ਆਪਣੇ ਪੇਜ ਵਿੱਚ ਪੇਜ ਬ੍ਰੇਕ ਦਾਖਲ ਕਰ ਸਕਦੇ ਹਾਂ। ਵਿਦਿਆਰਥੀਓ, ਇੱਥੇ ਇੱਕ ਪੇਜ ਬ੍ਰੇਕ ਦਾਖਲ ਕਰਨ ਦਾ ਇੱਕ ਹੋਰ ਢੰਗ ਵੀ ਹੈ। ਦੂਸਰਾ ਤਰੀਕਾ ਇਹ ਹੈ ਕਿ ਅਸੀਂ ਜਿੱਥੇ ਵੀ ਪੇਜ ਬ੍ਰੇਕ ਚਾਹੁੰਦੇ ਹਾਂ, ਅਸੀਂ ਉਸ ਥਾਂ ਤੇ ਆਪਣੇ ਕਰਸਰ ਨੂੰ ਲੈ ਕੇ ਆਵਾਂਗੇ। ਅਸੀਂ ਚਾਹੁੰਦੇ ਹਾਂ ਜਿੱਥੇ ਤੋਂ ਬਾਅਦ ਪੇਜ ਬ੍ਰੇਕ ਦਾਖਲ ਹੋ ਜਾਵੇ ਤੇ ਸੂਈ ਦਾ ਕੰਮ ਹੈ ਇਹ ਸਾਰਾ ਵਰਡ, ਇਸ ਤੋਂ ਅਗਲਾ ਸਾਰਾ ਵਰਡ ਅਗਲੇ ਪੇਜ ਤੇ ਚਲਾ ਜਾਵੇ। ਤੇ ਅਸੀਂ ਦੂਸਰਾ ਤਰੀਕਾ ਕਰਾਂਗੇ ਇਨਸਰਟ ਟੈਬ ਦੀ ਵਰਤੋਂ ਕਰਕੇ। ਅਸੀਂ ਇਨਸਰਟ ਟੈਬ ਤੇ ਕਲਿੱਕ ਕਰਾਂਗੇ। ਇੱਥੇ ਪੇਜ ਗਰੁੱਪ ਦੇ ਵਿੱਚ ਅਸੀਂ ਪੇਜ ਬ੍ਰੇਕ ਤੇ ਕਲਿੱਕ ਕਰਾਂਗੇ। ਜਿਵੇਂ ਹੀ ਅਸੀਂ ਪੇਜ ਬ੍ਰੇਕ ਤੇ ਕਲਿੱਕ ਕਰਾਂਗੇ, ਬਿਲਕੁਲ ਲੇਆਊਟ ਟੈਬ ਦੀ ਤਰ੍ਹਾਂ ਪੇਜ ਬ੍ਰੇਕ ਦਾਖਲ ਹੋ ਜਾਵੇਗੀ। ਫਰਕ ਸਿਰਫ ਇੰਨਾ ਹੈ ਕਿ ਲੇਆਊਟ ਟੈਬ ਦੇ ਵਿੱਚ ਸਾਨੂੰ ਜਿਹੜੀ ਬ੍ਰੇਕਸ ਹੈ ਉਹਦੀਆਂ ਹੋਰ ਕਈ ਕਿਸਮਾਂ ਦਿਖਾਈ ਦਿੰਦੀਆਂ ਹਨ, ਲੇਕਿਨ ਇਨਸਰਟ ਟੈਬ ਦੇ ਵਿੱਚ ਸਿੰਪਲੀ ਸਿੱਧੀ ਪੇਜ ਬ੍ਰੇਕ ਦਾਖਲ ਹੁੰਦੀ ਹੈ। ਵਿਦਿਆਰਥੀਓ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਪੈਲਿੰਗ ਅਤੇ ਗ੍ਰਾਮਰ ਚੈੱਕ ਕਰਨਾ। ਆਪਣੇ ਦਸਤਾਵੇਜ਼ ਨੂੰ ਪੇਸ਼ੇਵਰ ਦਿਖਾ ਦੇਣ ਲਈ ਤੁਸੀਂ ਇਹ ਯਕੀਨੀ ਬਣਾਉਣਾ ਚਾਹੋਗੇ ਕਿ ਇਹ ਸਪੈਲਿੰਗ ਅਤੇ ਗ੍ਰਾਮਰ ਦੀਆਂ ਗਲਤੀਆਂ ਤੋਂ ਮੁਕਤ ਹੈ। ਵਰਡ ਦੇ ਕੋਲ ਤੁਹਾਡੇ ਸਪੈਲਿੰਗ ਦੀ ਜਾਂਚ ਕਰਨ ਦੇ ਲਈ ਬਹੁਤ ਸਾਰੇ ਵਿਕਲਪ ਹਨ। ਜਦੋਂ ਸਾਡੇ ਦੁਆਰਾ ਕੋਈ ਸਪੈਲਿੰਗ ਗਲਤ ਲਿਖ ਹੋ ਜਾਂਦਾ ਹੈ ਤਾਂ ਵਰਡ ਆਪਣੇ ਆਪ ਸਾਨੂੰ ਸੁਚੇਤ ਕਰਨ ਲਈ ਉਸ ਗਲਤ ਵਰਡ ਦੇ ਹੇਠਾਂ ਲਾਲ ਰੰਗ ਦੀ ਇੱਕ ਲਾਈਨ ਲਾ ਦਿੰਦਾ ਹੈ, ਅਤੇ ਜੇਕਰ ਗ੍ਰਾਮਰ ਸੰਬੰਧੀ ਗਲਤੀ ਹੋਵੇ ਤਾਂ ਇਹ ਲਾਈਨ ਦਾ ਰੰਗ ਨੀਲਾ ਹੁੰਦਾ ਹੈ।
ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਵਰਡ ਆਪਣੇ ਆਪ ਇਹਨਾਂ ਗਲਤੀਆਂ ਨੂੰ ਠੀਕ ਕਰ ਦਿੰਦਾ ਹੈ, ਪਰੰਤੂ ਇਹ ਗਲਤੀਆਂ ਆਪਣੇ ਆਪ ਠੀਕ ਨਾ ਹੋਣ ਤਾਂ ਬਹੁਤ ਸਾਰੇ ਵਿਕਲਪ ਹਨ ਜਿਸ ਨਾਲ ਅਸੀਂ ਸਪੈਲਿੰਗ ਅਤੇ ਗ੍ਰਾਮਰ ਦੀਆਂ ਗਲਤੀਆਂ ਨੂੰ ਠੀਕ ਕਰ ਸਕਦੇ ਹਾਂ। ਆਓ ਵੇਖੀਏ ਕਿਵੇਂ। ਸਾਡੇ ਕੋਲ ਪਹਿਲਾ ਤਰੀਕਾ ਹੈ, ਅਸੀਂ ਆਪਣੇ ਕੀਬੋਰਡ ਤੋਂ F7 ਕੀ ਦਾ ਇਸਤੇਮਾਲ ਕਰਕੇ ਸਪੈਲਿੰਗ ਸਹੀ ਕਰਨੇ ਹਨ। ਜਿਸ ਤਰੀਕੇ ਇੱਥੇ ਸਪੈਲਿੰਗ ਲਿਖੇ ਹਨ ABOT, ਗਲਤ ਸਪੈਲਿੰਗ, ਹੇਠਾਂ ਲਾਲ ਰੰਗ ਦੀ ਲਾਈਨ। ਅਸੀਂ ਆਪਣੇ ਕੀਬੋਰਡ ਤੋਂ F7 ਕੀ ਦਬਾਉਣ ਜਾ ਰਹੇ ਹਾਂ। ਜਿੱਦਾਂ ਹੀ ਅਸੀਂ F7 ਕੀ ਦਬਾਵਾਂਗੇ, ਮੈਂ ਦੁਬਾਰਾ ਇੱਕ ਵਾਰੀ ਫਿਰ ਤੁਹਾਨੂੰ ਕਰਕੇ ਦਿਖਾ ਰਿਹਾ। ਕੀਬੋਰਡ ਤੋਂ F7 ਕੀ, ਜਿਸ ਤਰੀਕੇ ਅਸੀਂ F7 ਕੀ ਦਬਾਈ, ਅਸੀਂ ਦੇਖ ਰਹੇ ਹਾਂ ਕਿ ਸਾਡੇ ਬਿਲਕੁਲ ਰਾਈਟ ਹੈਂਡ ਸਾਈਡ ਤੇ ਸਪੈਲਿੰਗ ਨਾਮ ਦਾ ਇੱਕ ਡਾਇਲੌਗ ਬਾਕਸ ਸਾਡੇ ਸਾਹਮਣੇ ਆਇਆ। ਉਹਦੇ ਵਿੱਚ ਸਾਨੂੰ ਅਲੱਗ-ਅਲੱਗ ਸਪੈਲਿੰਗ ਦਿਖਾਈ ਦੇ ਰਹੇ ਹਨ। ਹੁਣ ਅਸੀਂ ਸਹੀ ਸਪੈਲਿੰਗ ਚੁਣਨੇ ਹਨ। ਬਦਲਣ ਲਈ ਅਸੀਂ ਚੇਂਜ ਤੇ ਕਲਿੱਕ ਕਰਾਂਗੇ। ਅਸੀਂ ਦੇਖਾਂਗੇ ਕਿ ਸਾਡੇ ਸਪੈਲਿੰਗ F7 ਕੀ ਦੇ ਨਾਲ ਸਹੀ ਹੋ ਗਏ। ਦੂਸਰਾ ਤਰੀਕਾ ਹੈ ਸੱਜੀ ਕਲਿੱਕ ਦਾ ਇਸਤੇਮਾਲ ਕਰਕੇ ਸਪੈਲਿੰਗ ਸਹੀ ਕਰਨਾ। ਅਸੀਂ ਜਿਹੜਾ ਵਰਡ ਗਲਤ ਲਿਖਿਆ ਹੈ ਉੱਥੇ ਆਪਣਾ ਕਰਜ਼ਰ ਲੈ ਕੇ ਜਾਵਾਂਗੇ, ਰਾਈਟ ਕਲਿੱਕ ਕਰਾਂਗੇ ਤੇ ਸਾਡੇ ਕੋਲ ਇੱਕ ਡ੍ਰੌਪ ਡਾਊਨ ਮੈਨੂ ਖੁੱਲੇਗਾ। ਉਸ ਦੇ ਵਿੱਚ ਫਿਰ ਸਾਨੂੰ ਕਈ ਵਿਕਲਪ ਦਿਖਾਈ ਦੇਣਗੇ ਸਪੈਲਿੰਗ ਦੇ। ਸਹੀ ਵਿਕਲਪ ਦੀ ਚੋਣ ਕਰਕੇ ਅਸੀਂ ਉੱਤੇ ਕਲਿੱਕ ਕਰਾਂਗੇ। ਤੀਸਰਾ ਤਰੀਕਾ ਹੈ ਰਿਵਿਊ ਟੈਬ ਦਾ ਇਸਤੇਮਾਲ ਕਰਕੇ ਸਪੈਲਿੰਗ ਸਹੀ ਕਰਨਾ। ਵਿਦਿਆਰਥੀਓ, ਉਹਦੇ ਵਾਸਤੇ ਅਸੀਂ ਰਿਵਿਊ ਟੈਬ ਤੇ ਕਲਿੱਕ ਕਰਾਂਗੇ। ਪ੍ਰੂਫਿੰਗ ਜਿਹੜਾ ਗਰੁੱਪ ਹੈ ਉਹਦੇ ਵਿੱਚ ਸਪੈਲਿੰਗ ਐਂਡ ਗ੍ਰਾਮਰ ਤੇ ਕਲਿੱਕ ਕਰਾਂਗੇ। ਫਿਰ ਰਾਈਟ ਹੈਂਡ ਸਾਈਡ ਤੇ ਅਸੀਂ ਦੇਖ ਰਹੇ ਹਾਂ ਇੱਕ ਸਪੈਲਿੰਗ ਡਾਇਲੌਗ ਬਾਕਸ ਸਾਡੇ ਸਾਹਮਣੇ ਆਇਆ ਹੈ। ਉਸ ਵਿੱਚ ਸਹੀ ਸਪੈਲਿੰਗ ਤੇ ਕਲਿੱਕ ਕਰਾਂਗੇ। ਇਹ ਵੀ ਹੋ ਸਕਦਾ ਹੈ ਜਿਹੜੇ ਅਸੀਂ ਸਪੈਲਿੰਗ ਲਿਖੇ ਹਨ ਉਹ ਵਰਡ ਦੀ ਡਿਕਸ਼ਨਰੀ ਵਿੱਚ ਨਾ ਹੋਣ ਪਰ ਸਪੈਲਿੰਗ ਸਹੀ ਹੋਣ। ਜੇਕਰ ਅਜਿਹੀ ਸਥਿਤੀ ਆਉਂਦੀ ਹੈ ਤਾਂ ਅਸੀਂ ਇਗਨੋਰ ਵਨਸ ਤੇ ਕਲਿੱਕ ਕਰਾਂਗੇ। ਜੇ ਉਹ ਇੱਕ ਤੋਂ ਜ਼ਿਆਦਾ ਥਾਂ ਤੇ ਉਹੀ ਸਪੈਲਿੰਗ ਹਨ ਤਾਂ ਇਗਨੋਰਸ ਆਲ ਤੇ ਕਲਿੱਕ ਕਰਾਂਗੇ। ਜੇਕਰ ਉਹ ਵਰਡ ਤਾਂ ਹੈ, ਸਾਡੇ ਹਿਸਾਬ ਨਾਲ ਉਹ ਵਰਡ ਸਹੀ ਹੈ ਤੇ ਅਸੀਂ ਉਸਨੂੰ ਵਰਡ ਦੀ ਡਿਕਸ਼ਨਰੀ ਦੇ ਵਿੱਚ ਐਂਟਰ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਉਸਨੂੰ ਐਡ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਉਸਨੂੰ ਐਡ ਬਟਨ ਤੇ ਕਲਿੱਕ ਕਰਕੇ ਉਸਨੂੰ ਦਾਖਲ ਕਰ ਸਕਦੇ ਹਾਂ। ਹੁਣ ਅਸੀਂ ਅਬਾਊਟ ਤੇ ਕਲਿੱਕ ਕੀਤਾ, ਚੇਂਜ ਤੇ ਕਲਿੱਕ ਕੀਤਾ। ਅਸੀਂ ਦੇਖਾਂਗੇ ਕਿ ਸਾਡਾ ਰਿਵਿਊ ਟੈਬ ਦੇ ਇਸਤੇਮਾਲ ਦੇ ਨਾਲ ਸਪੈਲਿੰਗ ਸਾਡਾ ਸਹੀ ਹੋ ਗਿਆ। ਹੁਣ ਅਗਲਾ ਕੰਮ ਹੈ ਗ੍ਰਾਮਰ ਦੀ ਗਲਤੀ ਨੂੰ ਠੀਕ ਕਰਨਾ। ਜਦੋਂ ਵੀ ਕੋਈ ਗ੍ਰਾਮਰ ਦੀ ਗਲਤੀ ਹੋਵੇ ਤਾਂ ਜਿਹੜਾ ਵਰਡ ਹੈ, MS ਵਰਡ ਹੈ, ਉਹ ਨੀਲੇ ਰੰਗ ਦੀ ਲਾਈਨ ਸ਼ੋ ਕਰਦਾ ਹੈ। ਹੁਣ ਅਸੀਂ ਦੇਖ ਰਹੇ ਹਾਂ ਰਾਮ ਆਰ ਰਿੰਗਿੰਗ ਦਾ ਬੈਲ, ਜਦਕਿ ਇਹ ਗਲਤ ਹੈ। ਗ੍ਰਾਮਰ ਦੇ ਹਿਸਾਬ ਦੇ ਨਾਲ ਇਹ ਗਲਤ ਹੈ। ਤਾਂ ਇਸ ਨੂੰ ਠੀਕ ਕਰਨ ਦੇ ਲਈ ਅਸੀਂ ਉੱਪਰ ਵਾਲੇ ਤਿੰਨਾਂ ਤਰੀਕਿਆਂ ਚੋਂ ਕੋਈ ਵੀ ਇੱਕ ਤਰੀਕਾ ਚੁਣ ਕੇ ਅਸੀਂ ਉਸ ਨੂੰ ਸਹੀ ਕਰ ਸਕਦੇ ਹਾਂ। ਅਸੀਂ ਰਿਵਿਊ ਟੈਬ ਰਾਹੀਂ ਕਰਨ ਜਾ ਰਹੇ ਹਾਂ। ਪਹਿਲਾਂ ਅਸੀਂ ਆਰ ਤੇ ਆਪਣੇ ਕਰਜ਼ਰ ਨੂੰ ਲੈ ਆਏ, ਰਿਵਿਊ ਟੈਬ ਤੇ ਗਏ, ਗ੍ਰਾਮਰ ਐਂਡ ਸਪੈਲਿੰਗ ਤੇ ਗਏ। ਜਿੱਦਾਂ ਹੀ ਅਸੀਂ ਗਏ ਸਾਡੇ ਕੋਲ ਵਿਕਲਪ ਆ ਗਿਆ ਇਜ਼, ਉੱਥੇ ਇਜ਼ ਆਉਣਾ ਚਾਹੀਦਾ ਹੈ। ਅਸੀਂ ਚੇਂਜ ਕਰਾਂਗੇ ਤੇ ਅਸੀਂ ਦੇਖਾਂਗੇ ਕਿ ਜਿਹੜਾ ਸਾਡਾ ਸਪੈਲਿੰਗ ਐਂਡ ਗ੍ਰਾਮਰ ਜਿਹੜਾ ਚੈੱਕ ਵਾ ਉਹ ਕੰਪਲੀਟ ਹੋ ਗਿਆ। ਧੰਨਵਾਦ। ਵਿਦਿਆਰਥੀਓ, ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਬਾਰੇ। ਅਸੀਂ ਆਪਣੇ ਡਾਕੂਮੈਂਟ ਨੂੰ ਕਿਵੇਂ ਪ੍ਰਿੰਟ ਕਰਨਾ ਹੈ, ਇਹ ਸਿੱਖਣ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਿੰਟ ਪ੍ਰੀਵਿਊ ਕੀ ਹੁੰਦਾ ਹੈ। ਅਸਲ ਵਿੱਚ ਵਿਦਿਆਰਥੀਓ, ਪ੍ਰਿੰਟ ਕਰਨ ਤੋਂ ਪਹਿਲਾਂ ਜਦੋਂ ਅਸੀਂ ਆਪਣੇ ਬਣੇ ਹੋਏ ਡਾਕੂਮੈਂਟ ਨੂੰ ਪ੍ਰੂਫਿੰਗ ਲਈ ਚੈੱਕ ਕਰਦੇ ਹਾਂ ਕਿ ਉਹ ਪ੍ਰਿੰਟ ਹੋਣ ਤੋਂ ਬਾਅਦ ਕਾਗਜ਼ ਤੇ ਕਿਵੇਂ ਛਪੇਗਾ, ਇਸ ਨੂੰ ਪ੍ਰਿੰਟ ਪ੍ਰੀਵਿਊ ਕਿਹਾ ਜਾਂਦਾ ਹੈ। ਮੈਂ ਇੱਥੇ ਤੁਹਾਨੂੰ ਬਹੁਤ ਹੀ ਮਹੱਤਵਪੂਰਨ ਗੱਲ ਦੱਸਣ ਜਾ ਰਿਹਾ ਹਾਂ। ਜਦੋਂ ਸਾਡਾ ਡਾਕੂਮੈਂਟ ਪ੍ਰਿੰਟ ਨਹੀਂ ਹੋਇਆ ਹੁੰਦਾ,
ਸਾਡੀ ਸਕਰੀਨ ਦੇ ਉੱਤੇ ਸਾਨੂੰ ਨਜ਼ਰ ਆ ਰਿਹਾ ਹੁੰਦਾ ਹੈ। ਅਸੀਂ ਉਸ ਨੂੰ ਸੌਫਟ ਕਾਪੀ ਕਹਿੰਦੇ ਹਾਂ। ਪਰ ਜਿਵੇਂ ਹੀ ਅਸੀਂ ਆਪਣੇ ਡਾਕੂਮੈਂਟ ਦਾ ਪ੍ਰਿੰਟ ਪ੍ਰੀਵਿਊ ਵੇਖ ਕੇ ਉਸ ਨੂੰ ਪ੍ਰਿੰਟ ਕਰ ਲੈਂਦੇ ਹਾਂ ਤਾਂ ਉਹ ਹਾਰਡ ਕਾਪੀ ਬਣ ਜਾਂਦਾ ਹੈ। ਇਸ ਲਈ ਯਾਦ ਰੱਖਣਾ ਕਿ ਸੌਫਟ ਕਾਪੀ ਮੀਨਸ ਪ੍ਰਿੰਟ ਹੋਣ ਤੋਂ ਪਹਿਲਾਂ ਸਾਡੀ ਸਕਰੀਨ ਤੇ ਜੋ ਸਾਨੂੰ ਦਿਖਾਈ ਦੇ ਰਿਹਾ ਹੈ, ਸਾਡਾ ਡਾਕੂਮੈਂਟ ਜਿਸ ਵੀ ਰੂਪ ਵਿੱਚ ਹੈ, ਉਹ ਸੌਫਟ ਕਾਪੀ। ਔਰ ਜਦੋਂ ਅਸੀਂ ਉਹਨੂੰ ਪ੍ਰਿੰਟ ਕਰ ਦਿੱਤਾ, ਆਊਟਪੁੱਟ ਯੰਤਰ ਪ੍ਰਿੰਟਰ ਨੇ ਉਹਨੂੰ ਕਾਗਜ਼ ਉੱਤੇ ਛਾਪ ਦਿੱਤਾ, ਪ੍ਰਿੰਟ ਕਰ ਦਿੱਤਾ, ਤਾਂ ਉਹ ਇੱਕ ਹਾਰਡ ਕਾਪੀ ਬਣ ਜਾਂਦੀ ਹੈ। ਇਸੇ ਕਰਕੇ ਪ੍ਰਿੰਟਰ ਨੂੰ ਹਾਰਡ ਕਾਪੀ ਆਊਟਪੁੱਟ ਯੰਤਰ ਵੀ ਕਿਹਾ ਜਾਂਦਾ ਹੈ। ਹਾਰਡ ਕਾਪੀ ਆਊਟਪੁੱਟ ਯੰਤਰ। ਆਓ ਹੁਣ ਅਸੀਂ ਵਿਸਥਾਰ ਦੇ ਨਾਲ ਸਿੱਖਦੇ ਹਾਂ ਕਿ ਅਸਲ ਦੇ ਵਿੱਚ ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਕੀ ਹੁੰਦਾ ਹੈ। ਵਿਦਿਆਰਥੀਓ, ਪ੍ਰਿੰਟ ਪ੍ਰੀਵਿਊ ਬਾਰੇ ਅਸੀਂ ਹੁਣ ਗੱਲ ਕਰਨ ਜਾ ਰਹੇ ਹਾਂ, ਪ੍ਰਿੰਟ ਤੇ ਪ੍ਰਿੰਟ ਪ੍ਰੀਵਿਊ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮਾਈਕਰੋਸਾਫਟ ਵਰਡ ਦੇ ਕਈ ਵਰਜ਼ਨ ਆਏ ਨੇ। ਅਸੀਂ ਜਿਹੜੀ ਇੱਥੇ ਗੱਲ ਕਰਨ ਜਾ ਰਹੇ ਹਾਂ, ਅਸੀਂ ਇੱਥੇ ਵਰਡ 2003 ਤੋਂ ਸ਼ੁਰੂ ਕਰ ਰਹੇ ਹਾਂ। ਇਸ ਤੋਂ ਪਹਿਲਾਂ ਵੀ ਕਾਫੀ ਵਰਜ਼ਨ ਆਏ ਆ। ਮਾਈਕਰੋਸਾਫਟ ਵਰਡ 2003 ਦੀ ਜੇਕਰ ਅਸੀਂ ਫਾਈਲ ਮੀਨੂ ਵਿੱਚ ਜਾਂਦੇ ਸੀ ਤਾਂ ਉੱਥੇ ਪ੍ਰਿੰਟ ਪ੍ਰੀਵਿਊ ਤੇ ਪ੍ਰਿੰਟ ਫਾਈਲ ਦੇ ਵਿੱਚ, ਫਾਈਲ ਮੀਨੂ ਦੇ ਵਿੱਚ ਅਲੱਗ-ਅਲੱਗ ਆਪਸ਼ਨਾਂ ਸੀ। ਫਿਰ ਉਸ ਤੋਂ ਬਾਅਦ ਵਰਡ ਨੇ ਨਵਾਂ ਵਰਜ਼ਨ ਪੇਸ਼ ਕੀਤਾ। ਉਹਦੇ ਵਿੱਚ 2007 ਦੇ ਵਿੱਚ, ਮਾਈਕਰੋਸਾਫਟ ਵਰਡ 2007 ਦੇ ਵਿੱਚ ਜਿਹੜਾ ਆਫਿਸ ਬਟਨ ਸੀ, ਉਹਦੇ ਵਿੱਚ ਪ੍ਰਿੰਟ ਦਾ ਇੱਕ ਬਟਨ ਐਡ ਕੀਤਾ ਤੇ ਉਹਦੇ ਵਿੱਚ ਪ੍ਰਿੰਟ ਤੇ ਪ੍ਰਿੰਟ ਪ੍ਰੀਵਿਊ ਨੂੰ ਐਡ ਕੀਤਾ। ਉਸ ਤੋਂ ਬਾਅਦ ਵਾਲੇ ਜਿੰਨੇ ਵੀ ਵਰਜ਼ਨ ਆਏ, ਅਸੀਂ 2010 ਤੋਂ 2019 ਤੱਕ ਵੱਲ ਦੇਖੀਏ ਤਾਂ ਮਾਈਕਰੋਸਾਫਟ ਵਰਡ ਨੇ ਥੋੜੀ ਜਿਹੀ ਚੇਂਜਸ ਹੋਰ ਕਰਤੀਆਂ। ਫਾਈਲ ਮੀਨੂ ਦੇ ਵਿੱਚ ਪ੍ਰਿੰਟ ਬਟਨ ਆਇਆ। ਜਿਵੇਂ ਹੀ ਇਹ ਪ੍ਰਿੰਟ ਬਟਨ ਤੇ ਕਲਿੱਕ ਕੀਤਾ ਤੇ ਨਾਲ ਹੀ ਉਹਦੇ ਪ੍ਰਿੰਟ ਪ੍ਰੀਵਿਊ ਸ਼ੋ ਹੋਣ ਲੱਗ ਪਿਆ। ਹੁਣ ਅਸੀਂ ਮਾਈਕਰੋਸਾਫਟ 2010 ਤੋਂ ਲੈ ਕੇ 19 ਤੱਕ ਆਫਿਸ ਦੇ ਵਿੱਚ ਕਿਵੇਂ ਪ੍ਰਿੰਟ ਤੇ ਪ੍ਰਿੰਟ ਪ੍ਰੀਵਿਊ ਨੂੰ ਵਰਤਣਾ, ਉਹਦੇ ਬਾਰੇ ਸਿੱਖਾਂਗੇ। ਬਾਰੇ ਵੀ ਅਸੀਂ ਸਿੱਖਣ ਜਾ ਰਹੇ ਹਾਂ ਵੀ ਕਿਸੇ ਤਰੀਕੇ ਅਸੀਂ ਪ੍ਰਿੰਟ ਪ੍ਰੀਵਿਊ ਦੇਖਣਾ ਹੈ ਤੇ ਕਿਸ ਤਰੀਕੇ ਸੇ ਪ੍ਰਿੰਟ ਕਰਨਾ ਹੈ। ਇਸ ਬਾਰੇ ਪ੍ਰਿੰਟ ਪ੍ਰੀਵਿਊ ਤੇ ਪ੍ਰਿੰਟ ਬਾਰੇ ਅਸੀਂ ਪਹਿਲੇ ਸਾਰੀ ਗੱਲ ਕਰ ਚੁੱਕੇ ਹਾਂ। ਹੁਣ ਅਸੀਂ ਸਿੱਖਦੇ ਹਾਂ ਕਿ ਪ੍ਰਿੰਟ ਪ੍ਰੀਵਿਊ ਕਿੱਦਾਂ ਦੇਖਣਾ ਹੈ। ਜੇਕਰ ਤੁਸੀਂ ਕੀਬੋਰਡ ਤੋਂ ਪ੍ਰਿੰਟ ਪ੍ਰੀਵਿਊ ਦੇਖਣਾ ਚਾਹੁੰਦੇ ਹੋ ਤਾਂ ਕੰਟਰੋਲ ਕੀ ਨੂੰ ਦਬਾ ਕੇ ਰੱਖੋ ਤੇ F2 ਕੀ ਨੂੰ ਦਬਾਓ। ਜਿਵੇਂ ਹੀ ਤੁਸੀਂ ਕੰਟਰੋਲ ਕੀ ਦੇ ਨਾਲ F2 ਕੀ ਨੂੰ ਦਬਾਓਗੇ ਤਾਂ ਪ੍ਰਿੰਟ ਪ੍ਰੀਵਿਊ ਤੁਹਾਡੇ ਸਾਹਮਣੇ ਆ ਜਾਵੇਗਾ। ਆਪਣੇ ਡਾਕੂਮੈਂਟ ਵਿੱਚ ਵਾਪਸ ਜਾਣ ਲਈ ਦੂਸਰਾ ਤਰੀਕਾ ਸਿੱਖਣ ਦੇ ਲਈ ਫਾਈਲ ਮੀਨੂ ਦੇ ਵਿੱਚ ਤੁਸੀਂ ਬੈਕ ਬਟਨ ਤੇ ਕਲਿੱਕ ਕਰੋ। ਦੂਸਰਾ ਤਰੀਕਾ ਹੈ ਵੀ ਅਸੀਂ ਫਾਈਲ ਟੈਬ ਤੇ ਕਲਿੱਕ ਕਰਨਾ ਹੈ। ਫਾਈਲ ਟੈਬ ਤੇ ਕਲਿੱਕ ਕਰਨ ਤੋਂ ਬਾਅਦ ਪ੍ਰਿੰਟ ਤੇ ਕਲਿੱਕ ਕਰਨਾ ਹੈ। ਅਸੀਂ ਦੇਖਾਂਗੇ ਕਿ ਸਾਡੇ ਰਾਈਟ ਹੈਂਡ ਸਾਈਡ ਸਾਨੂੰ ਸਾਡੇ ਡਾਕੂਮੈਂਟ ਦਾ ਪ੍ਰਿੰਟ ਪ੍ਰੀਵਿਊ ਦਿਖਾਈ ਦੇਵੇਗਾ। ਫਿਰ ਡਾਕੂਮੈਂਟ 'ਚ ਵਾਪਸ ਜਾਣ ਲਈ ਫਾਈਲ ਮੀਨੂ ਤੇ ਬੈਕ ਤੇ ਕਲਿੱਕ ਕਰੋ। ਹੁਣ ਅਸੀਂ ਦੇਖਿਆ ਕਿ ਜਿੱਦਾਂ ਹੀ ਅਸੀਂ ਫਾਈਲ ਮੀਨੂ ਤੇ ਕਲਿੱਕ ਕਰਕੇ ਅਸੀਂ ਪ੍ਰਿੰਟ ਤੇ ਕਲਿੱਕ ਕਰਦੇ ਹਾਂ ਤੇ ਪ੍ਰਿੰਟ ਪ੍ਰੀਵਿਊ ਆਪਣੇ ਆਪ ਦਿਖਾਈ ਦੇਣ ਲੱਗ ਪੈਂਦਾ ਹੈ। ਹੁਣ ਅਸੀਂ ਸਿੱਖਣਾ ਹੈ ਕਿ ਅਸੀਂ ਪ੍ਰਿੰਟ ਕਿਵੇਂ ਕਰਨਾ ਹੈ। ਪ੍ਰਿੰਟ ਕਰਨ ਦੇ ਲਈ ਅਸੀਂ ਦੋ ਤਰੀਕੇ ਅਪਣਾ ਸਕਦੇ ਹਾਂ। ਜਾਂ ਤਾਂ ਤੁਸੀਂ ਕੰਟਰੋਲ P, ਕੀਬੋਰਡ ਤੋਂ ਕੰਟਰੋਲ P ਕੀ ਦਬਾਓ ਤੇ ਪ੍ਰਿੰਟ ਦੀ ਆਪਸ਼ਨ ਤੇ ਆ ਕੇ ਪ੍ਰਿੰਟ ਦੀਆਂ ਸੈਟਿੰਗ ਕਰਕੇ ਤੁਸੀਂ ਪ੍ਰਿੰਟ ਕਰ ਲਓ। ਦੂਸਰਾ ਤਰੀਕਾ ਸੇਮ ਉਸੇ ਤਰੀਕੇ, ਫਾਈਲ ਮੀਨੂ ਤੇ ਕਲਿੱਕ, ਪ੍ਰਿੰਟ ਤੇ ਕਲਿੱਕ। ਪ੍ਰਿੰਟ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਸੈਟਿੰਗਸ ਤੇ ਜਾਣਾ, ਅਲੱਗ-ਅਲੱਗ ਸੈਟਿੰਗਸ ਕਰਨੀਆਂ। ਪਹਿਲਾਂ ਤਾਂ ਚੁਣਨਾ ਸੀ ਨੰਬਰ ਆਫ ਕਾਪੀਜ਼, ਅਸੀਂ ਕਿੰਨੀਆਂ ਕਾਪੀਆਂ ਪ੍ਰਿੰਟ ਕਰਨਾ ਚਾਹੁੰਦੇ ਹਾਂ ਆਪਣੇ ਡਾਕੂਮੈਂਟ ਦੀਆਂ। ਸਾਡੇ ਕੋਲ 2 ਪੇਜ ਆ, 2 ਪੇਜ ਕਾਪੀਆਂ 4। ਓਕੇ। ਨੰਬਰ 2,
ਅਸੀਂ ਪ੍ਰਿੰਟਰ ਦੇ ਵਿੱਚ ਜਾ ਕੇ ਪ੍ਰਿੰਟਰ ਦੀ ਚੋਣ ਕਰਨੀ ਆ ਵੀ ਅਸੀਂ ਕਿਹੜਾ ਪ੍ਰਿੰਟਰ ਚੂਜ਼ ਕਰ ਰਹੇ ਹਾਂ, ਕਿਹੜਾ ਪ੍ਰਿੰਟਰ ਅਸੀਂ ਵਰਤੋਂ ਕਰ ਰਹੇ ਹਾਂ। ਜਿਹੜਾ ਤੁਹਾਡਾ ਐਕਟਿਵ ਪ੍ਰਿੰਟਰ ਹੈ ਉਸ ਨੂੰ ਸਿਲੈਕਟ ਕਰੋ। ਅਗਲਾ ਕੰਮ ਹੈ ਵੀ ਤੁਸੀਂ ਸੈਟਿੰਗਸ ਕਰਨੀਆਂ ਕੁਝ, ਜਿਵੇਂ ਤੁਸੀਂ ਸੈਟਿੰਗ ਦੇ ਵਿੱਚ ਕਸਟਮ ਪ੍ਰਿੰਟ ਤੇ ਜਾ ਕੇ ਆਲ ਪੇਜ ਕਰਨਾ ਚਾਹੁੰਦੇ ਹੋ, ਦੋਵੇਂ ਪੇਜ। ਤੁਸੀਂ ਕੁਝ ਪੇਜ ਦਾ ਕੁਝ ਹਿੱਸਾ ਸਿਲੈਕਟ ਕੀਤਾ ਹੈ, ਫਿਰ ਪ੍ਰਿੰਟ ਸਿਲੈਕਸ਼ਨ 'ਚ ਜਾਣਾ। ਜੇ ਤੁਸੀਂ ਚਾਹੁੰਦੇ ਆ ਵੀ ਜਿਹੜਾ ਤੁਹਾਡੇ ਸਾਹਮਣੇ ਪੇਜ ਪ੍ਰੀਵਿਊ 'ਚ ਦਿਖਾਈ ਦੇ ਰਿਹਾ, ਤੇ ਫਿਰ ਪ੍ਰਿੰਟ ਕਰੰਟ ਪੇਜ ਤੇ ਕਸਟਮ ਪ੍ਰਿੰਟ ਦੇ ਵਿੱਚ ਜਾ ਕੇ ਤੁਸੀਂ ਆਪਣਾ ਜੋ ਵੀ ਸੈਟਿੰਗ ਕਰਨਾ ਚਾਹੁੰਦੇ ਹੋ ਪ੍ਰਿੰਟ ਦੀ, ਉਹ ਤੁਹਾਡੇ ਆਪਣੀ ਪ੍ਰਿੰਟਿੰਗ ਦੀ ਜੋ ਵੀ ਹੋਵੇਗੀ ਸੈਟਿੰਗ, ਉਹ ਕਸਟਮ ਪ੍ਰਿੰਟ 'ਚ ਜਾ ਕੇ ਹੋਵੇਗੀ। ਪੇਜ ਇਹਦੇ ਵਿੱਚ ਹੁਣ ਮੇਰੇ ਕੋਲ ਫਿਲਹਾਲ 2 ਹੀ ਪੇਜ ਹਨ। ਇਹ ਦੇਖਣ ਵਾਸਤੇ ਅਸੀਂ ਦੇਖਦੇ ਹਾਂ, ਦੇਖੋ ਪ੍ਰੀਵਿਊ ਵਾਲੀ ਸਾਈਡ ਤੇ ਇੱਥੇ ਸਾਨੂੰ 2 ਪੇਜ ਦਿਖਾਈ ਦੇ ਰਹੇ ਹਨ, 1 of 2। ਇਹ ਐਰੋ ਤੇ ਕਲਿੱਕ ਕਰਕੇ ਅਸੀਂ ਦੋਵੇਂ ਪੇਜ ਦੇਖ ਸਕਦੇ ਹਾਂ। ਔਰ ਹੁਣ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਿਰਫ ਦੂਸਰਾ ਪੇਜ ਪ੍ਰਿੰਟ ਕਰਨਾ। ਇਹਦੇ ਨਾਲ ਕੀ ਹੋਵੇਗਾ ਵੀ ਪਹਿਲਾ ਪੇਜ ਮਿਸ ਹੋ ਜਾਵੇਗਾ ਤੇ ਦੂਸਰਾ ਪੇਜ ਪ੍ਰਿੰਟ ਹੋਵੇਗਾ। ਜੇਕਰ ਅਸੀਂ ਇੱਥੇ 1 ਟਾਈਪ ਕਰਦੇ ਹਾਂ ਤਾਂ ਸਿਰਫ ਪਹਿਲਾ ਪੇਜ ਪ੍ਰਿੰਟ ਹੋਵੇਗਾ, ਦੂਸਰਾ ਮਿਸ ਹੋ ਜਾਵੇਗਾ। ਜੇ ਅਸੀਂ ਦੋਵੇਂ ਚਾਹੁੰਦੇ ਹਾਂ ਤੇ 1,2 ਦੇ ਸਕਦੇ ਹਾਂ। ਤੇ ਜਾਂ ਜੇ ਮੰਨ ਲਓ ਵੀ ਸਾਡੇ ਕੋਲ 10 ਪੇਜ ਹਨ, ਅਸੀਂ ਪਹਿਲਾ ਤੇ ਤੀਸਰਾ ਪੇਜ ਪ੍ਰਿੰਟ ਕਰਨਾ ਚਾਹੁੰਦੇ ਹਾਂ, ਦੂਸਰਾ ਮਿਸ ਕਰਨਾ ਚਾਹੁੰਦੇ ਹਾਂ, ਤੇ ਚੌਥੇ ਤੋਂ ਲੈ ਕੇ 10ਵੇਂ ਤੱਕ ਸਾਰੇ ਪ੍ਰਿੰਟ ਚਾਹੁੰਦੇ ਆ, ਤੇ ਅਸੀਂ 4 ਮਾਈਨਸ ਦਾ ਨਿਸ਼ਾਨ ਪਾ ਕੇ 6 ਇਸ ਤਰੀਕੇ ਪ੍ਰਿੰਟ ਦਵਾਂਗੇ। ਪਹਿਲਾ ਪੇਜ ਪ੍ਰਿੰਟ ਹੋਵੇਗਾ, ਦੂਸਰਾ ਨਹੀਂ ਹੋਵੇਗਾ, ਤੀਸਰਾ ਹੋਵੇਗਾ, ਤੇ ਚੌਥੇ ਤੋਂ ਲੈ ਕੇ 6ਵੇਂ ਤੱਕ ਸਾਰੇ ਹੋਣਗੇ। ਫਿਰ ਆ ਗਿਆ ਜੀ, ਅਸੀਂ ਉਹਨੂੰ ਪੇਜ ਦੀ ਇਹ ਸੈਟਿੰਗ, ਕਿਹੜਾ ਪੇਜ ਅਸੀਂ ਪ੍ਰਿੰਟ ਕਰਨਾ। ਉਸ ਤੋਂ ਬਾਅਦ ਆ ਗਿਆ ਜੀ, ਅਸੀਂ ਪੇਜ ਦਾ ਜਿਹੜਾ ਵਨ ਸਾਈਡ ਪ੍ਰਿੰਟ ਕਰਨਾ ਚਾਹੁੰਦੇ ਆ, ਦੋਵੇਂ ਕਰਨਾ ਚਾਹੁੰਦੇ ਆ, ਤੇ ਇਹ ਅਲੱਗ ਆਪਸ਼ਨ ਦੇ ਵਿੱਚ ਜਾ ਕੇ ਅਸੀਂ ਇਹ ਸੈਟਿੰਗ ਕਰ ਸਕਦੇ ਹਾਂ। ਅੱਗੇ ਆ ਜਾਂਦਾ ਜੀ, ਅਸੀਂ ਜੋ ਪ੍ਰਿੰਟ ਹੈ ਉਹ ਕੋਲੈਟਡ ਤਰੀਕੇ ਨਾਲ ਕਰਨਾ ਚਾਹੁੰਦੇ ਆ ਜਾਂ ਅਨਕੋਲੈਟਡ ਤਰੀਕੇ ਨਾਲ ਕਰਨਾ ਚਾਹੁੰਦੇ ਆ। ਕੋਲੈਟਡ ਤਰੀਕੇ ਦੇ ਵਿੱਚ ਕੀ ਹੈ ਜੀ, ਵੀ ਅਸੀਂ ਪ੍ਰਿੰਟ ਜੋ ਹੈ ਉਹ ਪਹਿਲਾ, ਸਾਡੇ ਕੋਲ ਹੁਣ ਪੇਜ ਹੈ 2, ਨੰਬਰ ਆਫ ਕਾਪੀਜ਼ ਹੈਗੀ 4। ਇਹਦੇ ਵਿੱਚ ਕੀ ਹੋਗਾ, ਪਹਿਲਾ ਪੇਜ ਪ੍ਰਿੰਟ ਹੋਵੇਗਾ, ਫਿਰ ਦੂਸਰਾ ਪੇਜ ਪ੍ਰਿੰਟ ਹੋਵੇਗਾ, ਫਿਰ ਸੈਕੰਡ ਟਾਈਮ ਪਹਿਲਾ, ਫਿਰ ਦੂਸਰਾ, ਫਿਰ ਇਸੇ ਤਰੀਕੇ ਥਰਡ ਤੇ ਫੋਰਥ ਟਾਈਮ ਪਹਿਲਾ ਤੇ ਦੂਸਰਾ। ਜੇ ਅਸੀਂ ਅਨਕੋਲੈਟਡ ਤਰੀਕੇ ਨਾਲ ਕਰਨਾ ਚਾਹੁੰਦੇ ਹਾਂ, ਇਹਦੇ ਵਿੱਚ ਪਹਿਲੇ ਪੇਜ ਦੇ 4 ਪ੍ਰਿੰਟ ਨਿਕਲਣਗੇ, ਫਿਰ ਦੂਸਰੇ ਪੇਜ ਦੇ 4 ਪ੍ਰਿੰਟ ਨਿਕਲਣਗੇ। ਇਸ ਨੂੰ ਚੁਣਨ ਤੋਂ ਬਾਅਦ ਫਿਰ ਸਾਡੇ ਕੋਲ ਪੇਜ ਓਰੀਐਂਟੇਸ਼ਨ, ਠੀਕ ਹੈ ਜੀ, ਫਿਰ ਉਸ ਤੋਂ ਬਾਅਦ ਪੇਜ ਸਾਈਜ਼, ਕਸਟਮ ਮਾਰਜਨ, ਜੋ ਅਸੀਂ ਪਹਿਲਾਂ ਜਿਸ ਬਾਰੇ ਸਿੱਖ ਚੁੱਕੇ ਹਾਂ, ਇਹ ਸੈਟਿੰਗਸ ਆਣਗੀਆਂ। ਫਿਰ ਅਸੀਂ ਇੱਕ ਪੇਜ ਤੇ ਕਿੰਨੇ ਪੇਜ ਪ੍ਰਿੰਟ ਕਰਨਾ ਚਾਹੁੰਦੇ ਹਾਂ, ਮੀਨਸ ਵੀ ਇੱਕ ਪੇਜ ਤੇ ਅਸੀਂ 2 ਪੇਜ ਪ੍ਰਿੰਟ ਕਰਨਾ ਚਾਹੁੰਦੇ ਹਾਂ, ਤੇ ਫਿਰ ਅਸੀਂ ਇਹਨਾਂ ਵਿੱਚੋਂ ਕੋਈ ਵੀ ਆਪਸ਼ਨ ਚੁਣ ਸਕਦੇ ਹਾਂ। ਜੇ ਅਸੀਂ 4 ਪੇਜ ਪਰ ਸ਼ੀਟ ਤੇ ਪ੍ਰਿੰਟ ਕਰਨਾ ਚਾਹੁੰਦੇ ਹਾਂ, 6 ਪੇਜ ਪਰ ਸ਼ੀਟ ਤੇ ਪ੍ਰਿੰਟ ਕਰਨਾ ਚਾਹੁੰਦੇ ਹਾਂ, ਉਸ ਹਿਸਾਬ ਨਾਲ ਅਸੀਂ ਆਪਣੀ ਸੈਟਿੰਗ ਕਰਾਂਗੇ। ਤੇ ਲਾਸਟ ਅਸੀਂ ਪ੍ਰਿੰਟ ਬਟਨ ਤੇ ਕਲਿੱਕ ਕਰਾਂਗੇ। ਜਿਵੇਂ ਅਸੀਂ ਪ੍ਰਿੰਟ ਬਟਨ ਤੇ ਕਲਿੱਕ ਕਰਾਂਗੇ ਤੇ ਇਹ ਸਾਡੀ ਜਿਹੜੀ ਕਮਾਂਡ ਆ ਉਹ ਪ੍ਰਿੰਟਰ ਕੋਲ ਚਲੇ ਜਾਵੇਗੀ, ਤੇ ਪ੍ਰਿੰਟ ਜੋ ਸਾਡੀ ਸੈਟਿੰਗਸ ਹੈ, ਜੋ ਸਾਡਾ ਪ੍ਰੀਵਿਊ ਹੈ, ਉਸ ਹਿਸਾਬ ਨਾਲ ਪ੍ਰਿੰਟ ਕਰ ਦੇਵੇਗਾ। ਵਿਦਿਆਰਥੀਓ, ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਪੇਜ ਦਾ ਆਕਾਰ ਬਦਲਣਾ। ਅਸੀਂ ਪੇਜ ਦਾ ਸਾਈਜ਼ ਬਦਲਣ ਬਾਰੇ ਸਿੱਖਣ ਜਾ ਰਹੇ ਹਾਂ। ਅਕਸਰ ਸਾਨੂੰ ਪੇਜ ਦਾ ਸਾਈਜ਼ ਬਦਲਣ ਦੀ ਲੋੜ ਉਸ ਵੇਲੇ ਪੈਂਦੀ ਹੈ ਜਦੋਂ ਸਾਡਾ ਟੈਕਸਟ ਇੱਕ ਪੇਜ ਤੇ ਪੂਰਾ ਫਿੱਟ ਨਾ ਆਉਂਦਾ ਹੋਵੇ। ਸਾਨੂੰ ਲੋੜ ਹੈ ਕਿ ਅਸੀਂ ਇੱਕ ਪੇਜ ਤੇ ਉਸ ਨੂੰ ਪ੍ਰਿੰਟ ਕਰਨਾ ਹੈ, ਲੇਕਿਨ ਟੈਕਸਟ ਜ਼ਿਆਦਾ ਹੈ, ਉਹ ਦੂਸਰੇ ਪੇਜ ਤੇ ਚਲਾ ਜਾਂਦਾ ਹੈ। ਉਸ ਦਾ ਹੱਲ ਇਹੀ ਹੈ ਕਿ ਅਸੀਂ ਪੇਜ ਦਾ ਆਕਾਰ ਬਦਲ ਦਈਏ, ਛੋਟੇ ਪੇਜ ਤੋਂ ਵੱਡੇ ਪੇਜ ਤੱਕ। ਇਹ ਸਭ ਕੁਝ ਕਰਨ ਦੇ ਲਈ ਸਾਨੂੰ ਲੇਆਊਟ ਟੈਬ ਤੇ ਜਾਣਾ ਪਵੇਗਾ। ਪੇਜ ਸੈਟਅਪ ਗਰੁੱਪ ਦੇ ਵਿੱਚ ਸਾਈਜ਼ ਤੇ ਕਲਿੱਕ ਕਰੋ। ਜਿਵੇਂ ਹੀ ਅਸੀਂ ਸਾਈਜ਼ ਤੇ ਕਲਿੱਕ ਕਰਾਂਗੇ, ਸਾਡੇ ਕੋਲ ਵੱਖ-ਵੱਖ ਤਰ੍ਹਾਂ ਦੇ ਪੇਜ ਸਾਈਜ਼ ਸਾਹਮਣੇ ਆ ਜਾਣਗੇ। ਜਿਹੜਾ ਪਹਿਲਾ ਪੇਜ ਸਾਡਾ ਸੈੱਟ ਹੈ ਉਹ ਹੈ A4। ਅਸੀਂ ਉਸ ਨੂੰ ਬਦਲਣਾ ਚਾਹੁੰਦੇ ਹਾਂ। ਅਸੀਂ ਲੀਗਲ ਤੇ ਕਲਿੱਕ ਕਰਾਂਗੇ। ਲੀਗਲ ਜਿਹੜਾ ਸਾਈਜ਼ ਹੈ ਉਹ A4 ਤੋਂ ਵੱਡਾ ਹੁੰਦਾ ਹੈ। ਜਿਵੇਂ ਹੀ ਅਸੀਂ ਲੀਗਲ ਤੇ ਕਲਿੱਕ ਕਰਾਂਗੇ, ਅਸੀਂ ਵੇਖਾਂਗੇ ਸਾਡਾ ਸਾਰੇ ਦਾ ਸਾਰਾ ਟੈਕਸਟ ਇੱਕ ਪੇਜ ਤੇ ਸੈੱਟ ਹੋ ਜਾਵੇਗਾ।
ਇਸ ਗੱਲ ਦੀ ਪੁਸ਼ਟੀ ਕਰਨ ਲਈ ਕਿ ਸਾਡਾ ਪੇਜ ਸਾਈਜ਼ ਬਦਲ ਚੁੱਕਾ ਹੈ, ਅਸੀਂ ਪ੍ਰਿੰਟ ਪ੍ਰੀਵਿਊ ਐਂਡ ਪ੍ਰਿੰਟ ਬਟਨ ਤੇ ਕਲਿੱਕ ਕਰਕੇ ਇਸ ਦੀ ਪੁਸ਼ਟੀ ਕਰ ਸਕਦੇ ਹਾਂ। ਅਸੀਂ ਦੇਖ ਰਹੇ ਹਾਂ ਕਿ ਸਾਡਾ ਜਿਹੜਾ ਪੇਜ ਹੈ ਉਹ A4 ਤੋਂ ਲੀਗਲ ਹੋ ਚੁੱਕਾ ਹੈ। ਇਸ ਪ੍ਰਕਾਰ ਅਸੀਂ ਬੜੀ ਹੀ ਆਸਾਨੀ ਨਾਲ ਪੇਜ ਦਾ ਸਾਈਜ਼ ਬਦਲ ਸਕਦੇ ਹਾਂ। ਪਿਆਰੇ ਬੱਚਿਓ, ਇਹ ਸੀ ਪਾਠ ਨੰਬਰ 1 ਆਫਿਸ ਟੂਲ ਦਾ ਭਾਗ ਨੰਬਰ 2, ਜਿਸ ਵਿੱਚ ਅਸੀਂ ਆਪਣੇ ਡਾਕੂਮੈਂਟ ਦੀ ਵਧੀਆ ਦਿੱਖ ਵਾਸਤੇ ਵੱਖ-ਵੱਖ ਵਿਸ਼ਿਆਂ ਦੇ ਰੂਬਰੂ ਹੋਏ ਹਾਂ। ਇਹਨਾਂ ਵਿਸ਼ਿਆਂ ਦੇ ਵਿੱਚ ਸ਼ਾਮਲ ਸੀ ਪੇਜ ਲੇਆਊਟ, ਪੇਜ ਮਾਰਜਨ, ਪੇਜ ਓਰੀਐਂਟੇਸ਼ਨ, ਪੇਜ ਬ੍ਰੇਕ, ਸਪੈਲਿੰਗ ਅਤੇ ਗ੍ਰਾਮਰ ਚੈੱਕ ਕਰਨਾ, ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ, ਪੇਜ ਦਾ ਆਕਾਰ ਬਦਲਣਾ। ਮੇਰੀ ਅਗਲੀ ਵੀਡੀਓ ਆਫਿਸ ਟੂਲ ਭਾਗ 3, ਜੋ ਕਿ ਇਸ ਪਾਠ ਦਾ ਅੰਤਿਮ ਭਾਗ ਹੈ, ਵਿੱਚ ਅਸੀਂ ਹੋਰ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਲਵਾਂਗੇ ਤੇ ਨਾਲ ਦੀ ਨਾਲ ਪ੍ਰੈਕਟੀਕਲ ਵਰਕ ਕਰਾਂਗੇ। ਇਹ ਮਹੱਤਵਪੂਰਨ ਵਿਸ਼ੇ ਜਿਨ੍ਹਾਂ ਵਿੱਚ ਸ਼ਾਮਿਲ ਹੈ ਮਲਟੀਮੀਡੀਆ, ਮਾਈਕਰੋਸਾਫਟ ਪਾਵਰਪੁਆਇੰਟ ਵਿੱਚ ਟ੍ਰਾਂਜੀਸ਼ਨ, ਪਾਵਰਪੁਆਇੰਟ ਵਿੱਚ ਟ੍ਰਾਂਜੀਸ਼ਨ ਨੂੰ ਲਾਗੂ ਕਰਨਾ, ਪਾਵਰਪੁਆਇੰਟ ਵਿੱਚ ਐਨੀਮੇਸ਼ਨ, ਸਲਾਈਡ ਸ਼ੋ, ਬੜੇ ਮਹੱਤਵਪੂਰਨ ਵਿਸ਼ੇ ਹਨ। ਅਤੇ ਅੰਤ ਵਿੱਚ ਪਾਵਰਪੁਆਇੰਟ ਵਿੱਚ ਬੈਕਗ੍ਰਾਉਂਡ। ਇਹਨਾਂ ਸਾਰੇ ਮਹੱਤਵਪੂਰਨ ਵਿਸ਼ਿਆਂ ਦਾ ਅਸੀਂ ਗਿਆਨ ਹਾਸਲ ਕਰਨਾ ਹੈ ਮੇਰੀ ਅਗਲੀ ਵੀਡੀਓ 'ਚ, ਤੇ ਨਾਲ ਦੀ ਨਾਲ ਪ੍ਰੈਕਟੀਕਲ ਵਰਕ ਕਰਨਾ ਹੈ। ਤੇ ਵਿਦਿਆਰਥੀਓ, ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਜੋ ਤੁਹਾਡੇ ਨਾਲ ਦੇ ਵਿਦਿਆਰਥੀ ਇਸ ਦਾ ਭਰਪੂਰ ਲਾਭ ਲੈ ਸਕਣ। ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਤੇ ਨਾਲ ਦੀ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਤਾਂ ਜੋ ਮੈਂ ਜਦੋਂ ਵੀ ਕੋਈ ਨਵੀਂ ਵੀਡੀਓ ਲੈ ਕੇ ਆਵਾਂ ਤੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਮਿਲ ਸਕੇ।